ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਸੁਮਨ ਜੇਟਲੀ। ਬਲਜਿੰਦਰ ਜਿੰਦੂ ਜਿਹੜੇ ਕਿ ਪਹਿਲਾਂ ਇੱਕ ਵਿਸਲ ਬਲੋਅਰ ਬਣ ਕੇ ਸਾਹਮਣੇ ਆਏ, ਲੁਧਿਆਣਾ ਦੇ ਵਿੱਚ ਬਾਬੇ ਨਾਨਕ ਦਾ ਮੋਦੀ ਖਾਨਾ ਖੋਲਿਆ ਗਿਆ, ਲੋਕਾਂ ਨੂੰ ਘੱਟ ਰੇਟ ਤੇ ਦਵਾਈਆਂ ਪ੍ਰਦਾਨ ਕਰਨ ਦੀ ਗੱਲ ਕੀਤੀ ਗਈ, ਇੱਕ ਸੇਵਾ ਦੀ ਗੱਲ ਸਾਹਮਣੇ ਆਈ, ਜਿਸ ਤੋਂ ਬਾਅਦ ਲੋਕਾਂ ਦੇ ਲਈ ਬਲਜਿੰਦਰ ਜਿੰਦੂ ਹੀਰੋ ਬਣ ਗਏ। ਉਸ ਤੋਂ ਬਾਅਦ ਹੌਲੀ-ਹੌਲੀ ਵਿਵਾਦ ਸ਼ੁਰੂ ਹੋਏ, ਵਿਵਾਦ ਜੋ ਕਿ ਲੁਧਿਆਣਾ ਦੇ ਵਿੱਚ ਬਣੇ ਮੋਦੀ ਖਾਨੇ ਦੇ ਨਾਲ ਹੀ ਜੁੜੇ ਹੋਏ ਸਨ, ਫੰਡਸ ਦੇ ਨਾਲ ਜੁੜੇ ਹੋਏ ਸਨ। ਤੇ ਬੀਤੇ ਦਿਨੇ ਬਲਜਿੰਦਰ ਜਿੰਦੂ ਫੇਸਬੁੱਕ ਤੇ ਲਾਈਵ ਹੋ ਕੇ ਸ਼੍ਰੀ ਰਾਮ ਚੰਦਰ ਜੀ ਬਾਰੇ ਕੁਝ ਅਜਿਹੀਆਂ ਗੱਲਾਂ ਆਖ ਦਿੰਦੇ ਨੇ, ਜਿਸ ਤੋਂ ਬਾਅਦ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਬਲਜਿੰਦਰ ਜਿੰਦੂ ਤੇ ਮਾਮਲਾ ਦਰਜ ਹੁੰਦਾ ਹੈ ਤੇ ਅੱਜ ਅਦਾਲਤ ਦੇ ਵਿੱਚ ਜਦੋਂ ਮਾਮਲਾ ਪਹੁੰਚਦਾ ਹੈ, ਦੋਵਾਂ ਪੱਖਾਂ ਵੱਲੋਂ ਕੁਝ ਫੈਕਟਸ ਰੱਖੇ ਜਾਂਦੇ ਨੇ, ਕੁਝ ਤੱਥ ਰੱਖੇ ਜਾਂਦੇ ਨੇ। ਮੇਰੇ ਨਾਲ ਐਡਵੋਕੇਟ ਅਰੁਣ ਖੁਰਮੀ ਮੌਜੂਦ ਨੇ, ਜਿਨ੍ਹਾਂ ਵੱਲੋਂ ਬਲਜਿੰਦਰ ਜਿੰਦੂ ਦੀ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ ਜਾਂਦਾ ਹੈ ਤੇ ਕੁਝ ਤੱਥ ਜਿਹੜੇ ਰੱਖੇ ਜਾਂਦੇ ਨੇ, ਉਹਨਾਂ ਤੱਥਾਂ ਬਾਰੇ ਅੱਜ ਜਾਣ ਲੈਣੇ ਆ। ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ। ਥੈਂਕ ਯੂ ਮੈਮ। ਅੱਜ ਬਲਜਿੰਦਰ ਜਿੰਦੂ ਦੀ ਬੇਲ ਇੱਕ ਫਾਈਲ ਕੀਤੀ ਗਈ ਸੀਗੀ, ਜਿਹਨੂੰ ਅਸੀਂ ਅਪੋਜ਼ ਕਰਨ ਲਈ ਇੱਥੇ ਪੇਸ਼ ਹੋਏ ਸੀਗੇ। ਬਲਜਿੰਦਰ ਜਿੰਦੂ ਦੀ ਬੇਲ ਦੇ ਵਿੱਚ ਸਭ ਤੋਂ ਪਹਿਲੇ ਤਾਂ ਹਾਸਾ ਇਸ ਗੱਲ ਤੋਂ ਆਉਂਦਾ ਕਿ ਉਹ ਆਪਣੇ ਆਪ ਨੂੰ ਲਿਖ ਰਿਹਾ ਕਿ ਮੈਂ ਇੰਡੀਆ ਦਾ ਸਿਟੀਜ਼ਨ ਹਾਂ ਤੇ ਮੈਂ ਕਿਸੇ ਕ੍ਰਾਈਮ 'ਚ ਅਜੇ ਤੱਕ ਇਨਵੋਲਵ ਹੀ ਨਹੀਂ ਹੋਇਆ। ਜਿਹੜਾ ਬੰਦਾ 307 ਤੱਕ ਦੇ ਪਰਚੇ ਦੇ ਵਿੱਚ 295 ਦਾ ਪਹਿਲੇ FIR ਹੋਈ ਹੈ ਉਹਦੇ ਤੇ, ਔਰ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਦੀ FIR ਉਹਦੇ ਤੇ ਹੋਈ ਹੈ। ਮੈਂ ਕਿ ਉਹ ਬੰਦਾ ਆਪਣੇ ਆਪ ਨੂੰ ਬੇਲ ਦੇ ਵਿੱਚ ਲਿਖ ਰਿਹਾ ਕਿ ਮੈਂ ਇੱਕ ਇਨੋਸੈਂਟ ਇੰਡੀਅਨ ਆ ਤੇ ਮੇਰੇ ਤੇ ਅਜੇ ਤੱਕ ਕੋਈ ਨਹੀਂ। ਸਭ ਤੋਂ ਪਹਿਲੇ ਤਾਂ ਹਾਸਾ ਇਹਦੇ ਤੇ ਹੀ ਆਉਂਦਾ ਸੀਗਾ। ਉਸ ਤੋਂ ਬਾਅਦ ਬਲਜਿੰਦਰ ਜਿੰਦੂ, ਤੁਸੀਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਮੋਦੀ ਖਾਨਾ ਨੇ ਸ਼ੁਰੂ ਕੀਤਾ। ਕੋਈ ਗੁਰੂ ਨਾਨਕ ਸਾਹਿਬ ਦਾ ਮੋਦੀ ਖਾਨਾ ਬਲਜਿੰਦਰ ਜਿੰਦੂ ਨੇ ਨਹੀਂ ਸ਼ੁਰੂ ਕੀਤਾ। ਇੱਕ ਉਹ ਚੀਜ਼ ਹੈਗੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਆਪ ਸ਼ੁਰੂ ਕੀਤੀ ਸੀਗੀ, ਔਰ ਬਲਜਿੰਦਰ ਜਿੰਦੂ ਨੇ ਤਾਂ ਸਿਰਫ ਇੱਕ ਇਹਨੂੰ ਕੈਸ਼ ਹੀ ਕੀਤਾ ਵਾ, ਕਿਉਂਕਿ ਮੋਦੀ ਖਾਨੇ 'ਚ ਨੋ ਡਾਊਟ ਸਸਤੀਆਂ ਦਵਾਈਆਂ ਮਿਲ ਰਹੀਆਂ ਨੇ। ਇਸ ਤੋਂ ਅੱਛਾ ਕੰਮ ਕੋਈ ਨਹੀਂ ਹੈ ਜਿਹੜਾ ਇਹਨਾਂ ਦੀ ਸੰਸਥਾ ਨੇ ਕੀਤਾ। ਇਹਨੇ ਨਹੀਂ ਕੀਤਾ, ਇਹਨਾਂ ਦੀ ਸੰਸਥਾ ਨੇ ਕੀਤਾ। ਉਹ ਜਿਹੜੀ ਚੀਜ਼ ਹੈਗੀ ਆ ਉਹ ਤਾਂ ਆਲਰੇਡੀ ਸੈਂਟਰ ਗਵਰਨਮੈਂਟ ਕਰ ਰਹੀ ਹੈ। ਸੈਂਟਰ ਗਵਰਨਮੈਂਟ ਨੇ ਲੁਧਿਆਣੇ ਦੇ ਵਿੱਚ ਹੀ 5-7 ਜਗ੍ਹਾ ਦੇ ਉੱਤੇ ਉਹੀ ਸੇਮ ਦਵਾਈਆਂ ਸਸਤੀ ਉਸੇ ਰੇਟ ਤੇ ਔਰ ਉਸ ਤੋਂ ਜ਼ਿਆਦਾ ਸਸਤੇ ਰੇਟ ਤੇ ਮਿਲ ਰਹੀਆਂ ਨੇ, ਪਰ ਸਿਰਫ ਸੈਂਟਰ ਗਵਰਨਮੈਂਟ ਉਹਨੂੰ ਸਹੀ ਤਰੀਕੇ ਨਾਲ ਐਡਵਰਟਾਈਜ਼ ਨਹੀਂ ਕਰ ਸਕੀ। ਇਸ ਕਰਕੇ ਲੋਕਾਂ ਨੂੰ ਉਹਦੇ ਬਾਰੇ ਨੌਲੇਜ ਨਹੀਂ ਸੀਗੀ। ਹਾਂ, ਬਲਜਿੰਦਰ ਜਿੰਦੂ ਦੀ ਸੰਸਥਾ ਨੇ ਉਹਨੂੰ ਬਹੁਤ ਅੱਛਾ ਐਡਵਰਟਾਈਜ਼ ਕੀਤਾ, ਉਹਨੂੰ ਬਹੁਤ ਅੱਛਾ ਕੈਸ਼ ਕੀਤਾ, ਲੋਕਾਂ ਨੂੰ ਪਤਾ ਲੱਗਿਆ, ਲੋਕੀ ਉੱਥੇ ਸ਼ੁਰੂ ਹੋਏ ਜਾਣਾ ਦਵਾਈ ਲੈਣ। ਉਹ ਨੋ ਡਾਊਟ ਉਹਦਾ ਅੱਛਾ ਕੰਮ ਸੀਗਾ। ਤੁਸੀਂ ਕਹਿ ਰਹੇ ਹੋ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਜਦੋਂ ਬਲਜਿੰਦਰ ਜਿੰਦੂ ਨੇ ਸ਼੍ਰੀ ਰਾਮ ਚੰਦਰ ਜੀ ਬਾਰੇ ਇੱਕ ਐਗਜ਼ਾਮਪਲ ਦਿੱਤੀ ਸੀ, ਮਾਤਾ ਸੀਤਾ ਦਾ ਉਹਦੇ ਵਿੱਚ ਜ਼ਿਕਰ ਹੋਇਆ ਸੀ, ਉਹ ਕੀ ਮੰਨਦਾ? ਦੇਖੋ, ਜਿਹੜੀਆਂ ਤਾਂ ਧਾਰਮਿਕ ਭਾਵਨਾਵਾਂ ਦੀ ਗੱਲ ਹੈ ਜਿਹੜੀ ਇਹਨੇ ਬਲਜਿੰਦਰ ਜਿੰਦੂ ਨੇ ਕੀਤੀ, ਉਹ ਤਾਂ ਸਿਰਫ ਇੱਕ ਆਪਣੇ ਆਪ ਨੂੰ ਬਚਾਉਣ ਲਈ ਸੋਸ਼ਲ ਮੀਡੀਆ 'ਚ, ਕਿਉਂਕਿ ਹਰੇਕ ਨੂੰ ਪਤਾ ਕਿ ਇਹ ਹਰ ਵੇਲੇ ਐਕਟਿਵ ਰਹਿਣਾ ਚਾਹੁੰਦਾ ਵਾ ਕਿਸੇ ਵੀ ਡਿਸਪਿਊਟ ਨੂੰ ਕ੍ਰੀਏਟ ਕਰਕੇ। ਇਸ ਬੰਦੇ ਨੇ ਕੀ ਕੀਤਾ ਕਿ ਜੋ ਹੁਣ ਤੱਕ ਸਾਹਮਣੇ ਆ ਰਿਹਾ ਕਿ ਮੋਦੀ ਖਾਨੇ ਦੇ ਜਿੰਨੇ ਇਹਦੇ ਘਪਲੇ ਸੀਗੇ, ਕਿਉਂਕਿ ਹੁਣ ਉਜਾਗਰ ਹੋਣੇ ਸ਼ੁਰੂ ਹੋ ਗਏ ਸੀ ਇਹਦੇ ਆਪਣੀ ਸੰਸਥਾ ਨੂੰ ਦੇ ਵਿੱਚ। ਉਹਨਾਂ ਨੇ ਇਹਨਾਂ ਦੀ ਸੰਸਥਾ ਦੇ ਮੈਂਬਰਾਂ ਨੇ ਆਰੋਪ ਲਗਾਏ ਕਿ ਇੰਨੇ ਲੱਖਾਂ ਖਾ ਗਿਆ, 5% ਵਿਆਜ ਤੇ ਲਗਾ ਕੇ। ਅਸੀਂ ਤਾਂ ਰੂਟੀਨ 'ਚ ਉਹ ਦੇਖਦੇ ਸੀਗੇ, ਪਰ ਸਾਨੂੰ ਨਹੀਂ ਪਤਾ ਸੀ ਕਿ ਸਾਡੀ ਕਮਿਊਨਿਟੀ, ਸਾਡੇ ਧਰਮ ਦੇ ਜਿਹੜੇ ਸਭ ਤੋਂ ਉੱਚੇ ਜਿਨ੍ਹਾਂ ਨੂੰ ਅਸੀਂ ਦਰਜਾ ਦਿੱਤਾ ਹੈ, ਸ਼੍ਰੀ ਰਾਮ ਚੰਦਰ ਜੀ ਨੂੰ ਤੇ ਮਾਤਾ ਸੀਤਾ ਨੂੰ, ਇਹ ਉਹਨਾਂ ਨੂੰ ਟਾਰਗੇਟ ਕਰ ਲੇਗਾ ਸਿਰਫ ਆਪਣੇ ਬਚਾ ਲਈ, ਕਿ ਸਾਰਾ ਨਜ਼ਲਾ ਇਹਦਾ ਜਿਹੜਾ ਹੈਗਾ ਵਾ ਹਿੰਦੂ ਕਮਿਊਨਿਟੀ ਦਾ ਇਹਦੇ ਤੇ ਆ ਜਾਵੇ। ਇਸ ਕਰਕੇ ਤੇ ਔਰ ਅੱਜ ਮੈਨੂੰ ਹੋਰ ਦੇਖੋ ਹੈਰਾਨੀ ਹੋਈ ਹੈ ਕਿ ਬਕਾਇਦਾ ਸਿਕਿਉਰਿਟੀ ਮੰਗੀ ਗਈ ਹੈ ਬੇਲ ਦੇ ਵਿੱਚ। ਆਰਗੂ ਇਹ ਕੀਤਾ ਗਿਆ ਕਿ ਜੀ ਸਾਨੂੰ ਖਤਰਾ ਵਾ ਤੇ ਸਾਨੂੰ ਕਿਸੇ ਕੋਈ ਵੀ ਆ ਕੇ ਧਮਕੀਆਂ ਦੇ ਰਿਹਾ, ਕੋਈ ਵੀ ਮਾਰ ਦੇਗਾ, ਸਾਨੂੰ ਸਿਕਿਉਰਿਟੀ ਦਿੱਤੀ ਜਾਵੇ। ਇਹ ਮੈਂ ਕਿ ਜਿਹੜਾ ਸਾਡਾ ਮੇਨ ਅਸੀਂ ਸੋਚ ਰਹੇ ਸੀ ਉਹ ਅੱਜ ਇਹਨਾਂ ਨੇ ਕਲੀਅਰ ਕਰਤਾ ਕਿ ਸਿਰਫ ਉਹਨਾਂ ਤੋਂ ਬਚਣ ਲਈ ਕਿ ਜਿਹੜੇ ਇਹਨਾਂ ਨੇ ਪੈਸੇ ਦੇ ਗਵਰਨ ਕੀਤੇ ਨੇ, ਇਹ ਸਿਕਿਉਰਿਟੀ ਵੱਲ ਨੂੰ ਤੁਰ ਪਏ ਨੇ ਹੁਣ। ਔਰ ਬਾਕੀ ਰਹਿ ਗਈ ਹਿੰਦੂਆਂ ਦੀ ਧਾਰਮਿਕ ਭਾਵਨਾ, ਠੀਕ ਹੈ, ਜ਼ਰੂਰ ਆਹਤ ਹੋਈ ਹੈ। ਇਹਨੇ ਵਰਡਸ ਯੂਜ਼ ਕੀਤੇ ਨੇ ਉਹ ਬਹੁਤ ਗਲਤ ਯੂਜ਼ ਕੀਤੇ ਨੇ। ਔਰ ਸਭ ਤੋਂ ਵੱਡੀ ਗੱਲ, ਇਹਨੇ ਖੁਦ ਉਸ ਤੋਂ ਬਾਅਦ YouTube ਤੇ ਲਾਈਵ ਹੋ ਕੇ ਉਸ ਨੂੰ ਐਡਮਿਟ ਕੀਤਾ ਵਾ ਕਿ ਮੈਂ ਜੋ ਬੋਲਤਾ ਉਹਦੇ ਲਈ ਮੈਂ ਮਾਫੀ ਮੰਗਦਾ ਵਾਂ। ਦੇਖੋ, ਜਿਹੜੀ ਐਡਮਿਸ਼ਨ ਹੀ ਹੋਗੀ, ਜਿਹੜੇ ਕ੍ਰਾਈਮ ਦੀ ਐਡਮਿਸ਼ਨ ਹੋਗੀ, ਉਹਨੂੰ ਅੱਗੇ ਕਿਤੇ ਪ੍ਰੂਵ ਕਰਨ ਦੀ ਲੋੜ ਨਹੀਂ ਹੈ। ਉਹ ਇਹਨੇ ਐਡਮਿਟ ਕਰ ਲਿਆ ਕਿ ਮੈਂ ਇਹ ਚੀਜ਼ ਗਲਤ ਕੀਤੀ ਹੈ। ਹੁਣ ਇਸ ਵੇਲੇ ਬਲਜਿੰਦਰ ਜਿੰਦੂ ਕਿੱਥੇ ਨੇ, ਤੁਸੀਂ ਜਾਣਦੇ ਹੋ? ਦੇਖੋ, ਅਸੀਂ ਤੇ ਕੰਪਲੇਨੈਂਟ ਵਾਸਤੇ ਆਪ ਲੱਭ ਰਹੇ ਹਾਂ ਪੁਲਿਸ ਦੇ ਨਾਲ, ਉਹ ਕਿੱਥੇ ਆ ਤਾਂ ਕਿ ਉਹ ਅਰੈਸਟ ਹੋਵੇ ਤੇ ਹੋਰ ਅੱਗੇ ਜਾ ਕੇ ਸੋਸਾਇਟੀ ਫਰਾਰ ਹੈ ਜੀ, ਅੱਗੇ ਜਾ ਕੇ ਹੋਰ ਸੋਸਾਇਟੀ 'ਚ ਗੰਦ ਨਾ ਪਾਵੇ। ਇਸ ਕਰਕੇ ਅਸੀਂ ਤੇ ਇਹੀ ਪੁਲਿਸ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਉਹਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ, ਕਿਉਂਕਿ ਹੁਣ ਤੱਕ ਕੋਰਟ ਨੇ ਕੋਈ ਵੀ ਉਹਦੀ ਅਰੈਸਟ ਸਟੇ ਨਹੀਂ ਲਾਇਆ ਹੋਇਆ। ਅਸੀਂ ਅਕਸਰ ਸੁਣਦੇ ਰਹਿੰਦੇ ਹਾਂ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕਿਸੇ ਵੀ ਧਰਮ ਨੂੰ ਲੈ ਕੇ ਜਦੋਂ ਅਜਿਹੇ ਕਈ ਵਾਰ ਅਪਸ਼ਬਦ ਵਰਤੇ ਜਾਂਦੇ ਨੇ ਜਾਂ ਜੀ ਨਹੀਂ ਲਗਾਇਆ, ਕੁਝ ਵੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਤੋਂ ਬਾਅਦ ਲੋਕਾਂ ਦੇ ਵਿੱਚ ਰੋਸ, ਗੁੱਸਾ, ਜਿਹੜੀ ਭਾਵਨਾ ਹੀ ਧਾਰਮਿਕ ਹੋਗੀ, ਉਹ ਰੋਸ ਤੇ ਗੁੱਸਾ ਕਿਵੇਂ ਜਗਾ ਸਕਦੀ ਹੈ?
ਮੈਡਮ ਇਦਾਂ ਨਹੀਂ ਹੁੰਦਾ। ਇਹ ਹੁੰਦਾ ਕਿ ਧਾਰਮਿਕ ਭਾਵਨਾ ਜਿਹੜੀ ਹੈਗੀ ਹੈ ਆਪਣੀ, ਦੇਖੋ ਧਰਮ ਨੂੰ ਲੈ ਕੇ ਹਰੇਕ ਦੀ ਇੱਕ ਭਾਵਨਾ ਹੈ। ਸਾਡਾ ਤਾਂ ਧਰਮ ਹੀ ਇਦਾਂ ਦਾ ਹੈ ਕਿ ਇੱਕ ਸਨਾਤਨ ਧਰਮ ਇਦਾਂ ਵੈ ਵੀ ਅਸੀਂ ਚੂਹੇ ਤੋਂ ਲੈ ਕੇ ਹਰ ਜਾਨਵਰ ਨੂੰ ਅਸੀਂ ਆਪਣੇ ਧਰਮ ਨਾਲ ਜੋੜਿਆ ਹੋਇਆ। ਚੂਹਾ ਹੋ ਗਿਆ, ਬਾਂਦਰ ਹੋ ਗਿਆ, ਘੋੜਾ ਹੋ ਗਿਆ, ਚਿੜੀਆਂ ਹੋ ਗਈਆਂ, ਮੋਰ ਹੋ ਗਏ, ਅਸੀਂ ਕੋਈ ਵੀ ਇਦਾਂ ਦੀ ਨਹੀਂ ਹੈ ਜਿਹੜੀ ਅਸੀਂ ਸਾਡੇ ਸਨਾਤਨ ਧਰਮ ਦੇ ਵਿੱਚ ਪੂਜਿਆ ਨਹੀਂ ਜਾਂਦਾ। ਤੇ ਇਹ ਕੋਈ ਜ਼ਰੂਰੀ ਤਾਂ ਨਹੀਂ ਹੈਗਾ ਕਿ ਕੋਈ ਹੋਰ ਕਮਿਊਨਿਟੀ ਦਾ ਜਾਂ ਕੋਈ ਸਾਡੀ ਕਮਿਊਨਿਟੀ ਦਾ ਹਰ ਵਾਰੀ ਉਸ ਚੀਜ਼ ਨੂੰ ਟਾਰਗੇਟ ਕਰਕੇ ਚੱਲੇ। ਜੇ ਕੋਈ ਉਦਾਹਰਨ ਦੇਣਾ ਹੈ ਵੀ ਤੁਸੀਂ, ਜੇ ਤੁਸੀਂ ਦੇਣਾ ਹੀ ਹੈ, 1000 ਤਰ੍ਹਾਂ ਦੇ ਉਦਾਹਰਨ ਨੇ, ਤੁਸੀਂ ਉਹ ਦੇ ਦਿਓ, ਠੀਕ ਹੈ ਨਾ। ਤੁਸੀਂ ਆਪਣੇ ਧਰਮ ਦੇ ਵਿੱਚ ਆਪਣੇ ਗੁਰੂਆਂ ਦੇ ਫਾਲੋਅਰਸ ਹੋ, ਤੁਸੀਂ ਆਪਣੇ ਚਾਹੇ ਕੋਈ ਹੋਰ ਧਰਮ ਹੈ, ਤੁਸੀਂ ਐਗਜ਼ਾਮਪਲ ਦੇਣੀ ਆਪਣੀ ਦਿਓ। ਤੁਸੀਂ ਕਿਉਂ ਉਸ ਚੀਜ਼ ਨੂੰ ਬਾਰ-ਬਾਰ ਉਸ ਚੀਜ਼ ਨੂੰ ਚੱਕਦੇ ਹੋ ਕਿ ਤੁਸੀਂ ਦੂਸਰੀ ਕਮਿਊਨਿਟੀ ਦੇ ਉੱਤੇ ਜਾ ਕੇ ਉਹਦੀ ਨੈਗੇਟਿਵਿਟੀ ਦਿਖਾ ਕੇ ਉਹਨੂੰ ਹਰ ਵਾਰੀ ਟਾਰਗੇਟ ਕਰਨਾ, ਕਿਉਂਕਿ ਇਹ ਸਭ ਤੋਂ ਸੌਫਟ ਟਾਰਗੇਟ ਹੈ ਜਿਹੜਾ ਕਮਿਊਨਿਟੀ ਦੇ ਉੱਤੇ, ਦੂਸਰੀ ਦੇ ਉੱਤੇ ਟਾਰਗੇਟ ਕਰਨਾ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਇਹਨੂੰ ਅਵੋਇਡ ਕਰੋ, ਔਰ ਹਰ ਵਾਰੀ ਇਹੀ ਕੰਮ ਹੋ ਰਿਹਾ। ਤੁਸੀਂ ਦੇਖਿਆ ਨਾ ਪਿੱਛੇ ਜੇ ਵੀ ਸ਼ਿਵਲਿੰਗ ਦੇ ਉੱਤੇ ਜਗਰਾਉਂ ਦੇ ਵਿੱਚ ਕੋਈ ਲਿਖ ਗਿਆ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਦੂਸਰੀ ਕਮਿਊਨਿਟੀ ਦਾ ਸੀਗਾ, ਔਰ ਬਾਅਦ ਚ ਕਹਿੰਦੇ ਜੀ ਅਸੀਂ ਇਹ ਮੈਂਟਲੀ ਅਪਸੈਟ ਹੈ। ਜੇ ਮੈਂਟਲੀ ਅਪਸੈਟ ਹੈ ਤਾਂ ਤੁਸੀਂ ਸਾਨੂੰ ਆਪਣਾ ਨਹੀਂ ਦਿਖ ਰਿਹਾ ਹੈਗਾ, ਤੁਹਾਨੂੰ ਮੰਦਿਰ ਹੀ ਦਿਖਦਾ, ਤੁਹਾਨੂੰ ਸ਼ਿਵਲਿੰਗ ਹੀ ਦਿਖ ਰਿਹਾ। ਪੜ੍ਹਿਆ ਲਿਖਿਆ ਉਹ ਬੰਦਾ ਵੈ, ਕੈਮਰੇ ਦੇ ਵਿੱਚ ਉਹ ਬਕਾਇਦਾ ਲਿਖਦਾ ਨਜ਼ਰ ਆ ਰਿਹਾ ਵੈ। ਮੈਂ ਕਿ ਹਰ ਵਾਰੀ ਇਹੀ ਕੰਮ ਸ਼ੁਰੂ ਹੋ ਗਿਆ, ਇਹ ਚੀਜ਼ ਬਹੁਤ ਦੁੱਖ ਭਰੀ ਹੈ ਜੀ। ਜਿਹੜੇ ਤੱਥ ਤੁਸੀਂ ਰੱਖੇ ਨੇ ਤੇ ਜਿਹੜੇ ਤੱਥ ਬਲਜਿੰਦਰ ਜਿੰਦੂ ਦੇ ਵਕੀਲ ਨੇ ਰੱਖੇ ਨੇ, ਉਹਨਾਂ ਤੱਥਾਂ ਨੂੰ ਸਾਹਮਣੇ ਰੱਖਣ ਤੋਂ ਬਾਅਦ ਜੱਜ ਸਾਹਿਬ ਕੀ ਰਿਐਕਸ਼ਨ ਦਿੰਦੇ ਨੇ? ਦੇਖੋ ਸਾਨੂੰ ਤਾਂ ਲੱਗਦਾ ਕਿ ਉਹਦੀ ਬੇਲ ਡਿਸਮਿਸ ਹੋਣੀ ਚਾਹੀਦੀ ਹੈ, ਕਿਉਂਕਿ ਅਗਰ ਬਲਜਿੰਦਰ ਜਿੰਦੂ ਵਰਗੇ ਬੰਦੇ ਨੂੰ ਅੱਜ ਬੇਲ ਮਿਲਦੀ ਹੈ ਤੇ ਅੱਗੇ ਜਾ ਕੇ ਸਮਾਜ ਦੇ ਵਿੱਚ ਇਹਦਾ ਗਲਤ ਰਿਜ਼ਲਟ ਆਏਗਾ। ਲੋਕੀ ਜਿਹੜੇ 295A ਹਰੇਕ ਦੀ ਧਾਰਮਿਕ ਭਾਵਨਾ ਨੂੰ ਸਮਝ ਕੇ ਬਣਾਈ ਗਈ ਸੀ ਕਿ ਉਹਨੂੰ ਕੋਈ ਇਨਸਲਟ ਨਾ ਕਰੇ ਜਾਂ ਕੋਈ ਉਹਦੇ ਨਾਲ ਖਿਲਵਾੜ ਨਾ ਕਰੇ, ਉਹਦਾ ਮੋਟਿਵ ਖਤਮ ਹੋ ਜਾਏਗਾ ਜੀ। ਜੇ ਇਹ ਚੀਜ਼ ਹੁੰਦੀ ਹੈ ਤੇ ਇਹ ਗਲਤ ਹੋਏਗੀ। ਹਾਂ, ਜੇ ਉਹਦੀ ਬੇ ਰਿਜੈਕਟ ਹੁੰਦੀ ਹੈ ਤੇ ਅੱਗੇ ਇਹ ਮੈਸੇਜ ਆਏਗਾ, ਮਾਸ ਮੈਸੇਜ ਆਏਗਾ ਕਿ ਤੁਸੀਂ ਇਹ ਚੀਜ਼ ਅੱਗੋਂ ਤੋਂ ਕਿਸੇ ਨੇ ਵੀ ਕਿਸੇ ਦੀ ਧਾਰਮਿਕ ਭਾਵਨਾ ਜਾਂ ਕਿਸੇ ਹੋਰ ਰਿਲੀਜੀਅਨ ਦੇ ਬਾਰੇ ਗਲਤ ਨਾ ਅਪਸ਼ਬਦ ਬੋਲੇ ਤੇ ਨਾ ਹੀ ਉਹਦੇ ਬਾਰੇ ਕੋਈ ਪ੍ਰਚਾਰ ਕਰੇ। ਜੇ ਜ਼ਮਾਨਤ ਹੋ ਜਾਂਦੀ ਹੈ, ਤੁਹਾਨੂੰ ਲੱਗਦਾ ਹੈ ਕਿ ਸੁਸਾਇਟੀ ਨੂੰ ਇੱਕ ਗਲਤ ਮੈਸੇਜ ਜਾਏਗਾ? ਦੇਖੋ ਜੀ, ਮੈਨੂੰ ਤਾਂ ਲੱਗਦਾ ਕਿ ਮੈਸੇਜ ਗਲਤ ਜਾਏਗਾ। ਉਹਦਾ ਕਾਰਨ ਇਹ ਹੈ ਕਿ ਜੇ 295A ਚ ਉਹ ਵੀ ਇਦਾਂ ਦੇ ਬੰਦਿਆਂ ਦੀ ਜਿਹੜੇ ਜਿਨ੍ਹਾਂ ਦਾ ਕੰਮ ਹੀ ਸੋਸ਼ਲ ਮੀਡੀਆ 'ਚ ਸਿਰਫ ਐਕਟੀਵੇਟ ਰਹਿਣਾ ਹੈ, ਚਾਹੇ ਉਹ ਕਿਸੇ ਤਰੀਕੇ ਨਾਲ ਰਹਿਣ, ਤੇ ਉਹਨਾਂ ਦੀ ਬੇਲ ਹੋ ਕੇ ਉਹ ਮੈਨੂੰ ਲੱਗਦਾ ਕਿ ਗਲਤ ਮੈਸੇਜ ਆਏਗਾ। ਠੀਕ ਹੈ, ਫੈਸਲਾ ਕਦੋਂ ਤੱਕ ਆਉਣ ਵਾਲਾ? ਕੀ ਉਮੀਦਾਂ ਨੇ ਤੁਹਾਨੂੰ? ਸਾਨੂੰ ਉਮੀਦ ਹੈ ਜੀ ਬੇਲ ਰਿਜੈਕਟ ਹੋਏਗੀ ਉਹਦੀ। ਠੀਕ ਹੈ, ਬਲਜਿੰਦਰ ਜਿੰਦੂ ਲੁਧਿਆਣਾ ਸ਼ਹਿਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਮੋਦੀ ਖਾਨਾ, ਹਾਲਾਂਕਿ ਇਸ ਵੇਲੇ ਉਸ ਮੋਦੀ ਖਾਨੇ ਤੇ ਜਾਂ ਕਹਿ ਲੋ ਮੈਡੀਕਲ ਟਰਮਸ ਦੇ ਵਿੱਚ ਉਹਨੂੰ ਮੈਡੀਕਲ ਸਟੋਰ ਕਿਹਾ ਜਾਂਦਾ, ਉੱਤੇ ਤਾਲਾ ਲੱਗਿਆ ਹੋਇਆ ਹੈ। ਬਲਜਿੰਦਰ ਜਿੰਦੂ ਆਪ ਵੀ ਫਰਾਰ ਦੱਸੇ ਜਾ ਰਹੇ ਨੇ, ਪਰ ਅੱਜ 4 ਵਜੇ ਜਿਹੜਾ ਫੈਸਲਾ ਆਏਗਾ ਉਹ ਇਹ ਬਿਆਨ ਕਰੇਗਾ, ਉਹ ਇਹ ਰਿਜ਼ਲਟ ਹੋਏਗਾ ਕਿ ਬਲਜਿੰਦਰ ਜਿੰਦੂ ਦੀ ਜ਼ਮਾਨਤ ਰੱਦ ਹੁੰਦੀ ਹੈ ਜਾਂ ਜ਼ਮਾਨਤ ਮਿਲਦੀ ਹੈ। ਪਰ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਕਿ ਸਿਕਿਉਰਿਟੀ ਮੰਗਣ ਦੀ ਗੱਲ ਜ਼ਰੂਰ ਸਾਹਮਣੇ, ਕਿਉਂਕਿ ਬਲਜਿੰਦਰ ਜਿੰਦੂ ਪਹਿਲਾਂ ਵੀ ਕਹਿੰਦੇ ਰਹਿੰਦੇ ਨੇ ਕਿ ਉਹਨਾਂ ਨੂੰ ਥ੍ਰੈਟ ਕਾਲਸ ਆਉਂਦੀਆਂ ਨੇ। ਜਦੋਂ ਗੁਰੂ ਨਾਨਕ ਸਾਹਿਬ ਦਾ ਮੋਦੀ ਖਾਨਾ ਲੁਧਿਆਣਾ ਸ਼ਹਿਰ ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ, ਤੁਹਾਨੂੰ ਲੱਗਦਾ ਕਿ ਉਹ ਥ੍ਰੈਟ ਕਾਲਸ ਨੂੰ ਵੀ ਮੈਜ਼ ਇੱਕ ਬੇਸਲੈਸ ਚੀਜ਼ ਬਣਾਈ ਗਈ? ਮੈਮ, ਜਦੋਂ ਅੱਜ ਇਹ ਇਸ਼ੂ ਚੱਕਿਆ ਗਿਆ ਸੀਗਾ ਉੱਥੇ ਬੇਲ ਦੇ ਦੌਰਾਨ ਕਿ ਥ੍ਰੈਟ ਕਾਲਸ ਆ ਰਹੀਆਂ ਨੇ, ਬਕਾਇਦਾ ਮੈਂ ਜੱਜ ਸਾਹਿਬ ਦੇ ਸਾਹਮਣੇ ਰਿਕੁਐਸਟ ਕੀਤੀ ਸੀਗੀ ਕਿ ਅਗਰ ਇਹਨਾਂ ਨੂੰ ਕੋਈ ਥ੍ਰੈਟ ਕਾਲ ਆ ਰਹੀ ਹੈ, ਕੋਈ ਇੱਕ ਸਿੰਗਲ ਨੰਬਰ ਵੀ ਇੱਥੇ ਜੱਜ ਸਾਹਿਬ ਦੇ ਹਾਜ਼ਰੀ 'ਚ ਹੀ ਦੱਸ ਦੇਣ ਕਿ ਇਸ ਨੰਬਰ ਤੋਂ ਥ੍ਰੈਟ ਕਾਲ ਆਈ ਹੈ, ਤੇ ਉਹਨੂੰ ਇਮੀਡੀਏਟਲੀ, ਅਗਰ ਸਾਡੇ ਵਕੀਲ ਸਾਹਿਬ ਨੂੰ ਕੋਈ ਥ੍ਰੈਟ ਕਾਲ ਆਈ ਹੈ ਜਾਂ ਉਹਨਾਂ ਦੇ ਕਲਾਇੰਟ ਨੂੰ ਆਈ ਹੈ, ਇਮੀਡੀਏਟਲੀ ਉਸ ਦੇ ਅਗੇਂਸਟ ਅਸੀਂ ਖੁਦ ਸਾਰੇ ਵਕੀਲ ਐਕਸ਼ਨ ਲਵਾਂਗੇ। ਤੇ ਫਿਰ ਉਹਨਾਂ ਨੇ ਕਹਿਤਾ ਚਲੋ ਲੀਵ ਇਟ। ਉਹਦਾ ਲੀਵ ਇਟ ਦਾ ਮਤਲਬ ਵੀ ਇਹੀ ਹੈ ਕਿ ਫਿਰ ਵੀ ਇਟ ਮੀਨਸ ਕਿ ਇਹ ਪ੍ਰੂਫ ਨਹੀਂ ਹੈ। ਔਰ ਜੇ ਕਿਸੇ ਨੂੰ ਕੋਈ ਕਾਲ ਇਦਾਂ ਦੀ ਆਈ ਹੋਵੇ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਲੈਵਲ ਤੇ ਬੰਦਾ ਆ ਕੇ ਇੰਨੇ ਵੱਡਾ 295 ਦਾ ਪਰਚਾ ਕਰਾ ਕੇ ਵੀ ਬੰਦਾ ਚੁੱਪ ਰਵੇ ਤੇ ਦੱਸੇ ਨਾ ਕਿ ਮੈਨੂੰ ਥ੍ਰੈਟ ਕਾਲ ਕਿਸ ਨੰਬਰ ਤੋਂ ਆਈ ਹੈ। ਇਹ ਇਸੇ ਕਰਕੇ ਇਹਨਾਂ ਨੇ ਕਹਿਤਾ, ਮੈਨੂੰ ਬੇਸਲੈਸ ਲੱਗੀ ਹੈ ਜੀ। ਮੈਂ ਸਿਕਿਉਰਿਟੀ ਲੈਣ ਦਾ ਬਿਲਕੁਲ ਸਿਰਫ ਸਿਕਿਉਰਿਟੀ ਲੈਣ ਦਾ ਸੀਗਾ। ਉਹਦਾ ਕਾਰਨ ਇਹ ਹੈ ਕਿ ਦੇਖੋ ਹੁਣ ਘਪਲੇ ਇੰਨੇ ਹੋ ਗਏ ਹੁਣ ਤੱਕ, ਜਿੰਨੇ ਵੀ ਤੁਸੀਂ ਖੁਦ ਦੇਖਿਓ ਕਿ ਸੋਸ਼ਲ ਮੀਡੀਆ ਤੇ ਉਹਨੇ ਜਿੰਨੀਆਂ ਵੀਡੀਓਜ਼ ਪਾਈਆਂ, ਜਿੰਨੇ ਉਹਦੇ FIRs ਹੋਈਆਂ, ਉਹ ਸਾਰੀਆਂ ਬੇਸਲੈਸ ਹੁੰਦੇ ਨੇ। ਮਤਲਬ ਕਿ ਐਵੇਂ ਅਨਨੈਸੈਸਰੀ ਉਹ ਬਿਆਨ ਦੇ ਦਿੰਦਾ, ਫਸ ਜਾਂਦਾ, ਪੰਗੇ 'ਚ ਆ ਜਾਂਦਾ, ਪਰ ਸਿਕਿਉਰਿਟੀ ਨਹੀਂ ਕਦੇ ਮਿਲੀ। ਇਹ ਸਭ ਤੋਂ ਸੌਫਟ ਟਾਰਗੇਟ ਸੀਗਾ ਕਿ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਕੇ ਬੋਲਣਾ, ਫਿਰ ਉਹ ਕਮਿਊਨਿਟੀ ਨੂੰ ਆਪਣੇ ਅਗੇਂਸਟ ਦਿਖਾਣਾ ਕਿ ਇਹ ਮੇਰੇ ਅਗੇਂਸਟ ਹੋ ਗਈ। ਜਦ ਕਿ ਮੈਂ ਤੁਹਾਨੂੰ ਮੈਡਮ ਇੱਕ ਚੀਜ਼ ਦੱਸਾਂ, ਕੋਈ ਵੀ ਕਮਿਊਨਿਟੀ, ਕੋਈ ਵੀ ਲੁਧਿਆਣਾ ਵਾਸੀ ਗੁਰੂ ਨਾਨਕ ਸਾਹਿਬ ਦੇ ਮੋਦੀ ਖਾਨੇ ਦੇ ਅਗੇਂਸਟ ਨਹੀਂ ਹੈ। ਅਸੀਂ ਖੁਦ ਜਾਣਦੇ ਹਾਂ ਗੁਰੂ ਨਾਨਕ ਸਾਹਿਬ ਦਾ ਮੋਦੀ ਖਾਨਾ ਖੁੱਲੇ, ਕਿਉਂਕਿ ਅੱਜ ਤੱਕ ਚਾਹੇ ਸੈਂਟਰ ਗਵਰਨਮੈਂਟ ਵੀ ਚਲਾਉਂਦੀ ਰਹੀ ਹੈ, ਇਦਾਂ ਦਾ ਕੋਈ ਵੀ ਦਵਾਖਾਨਾ, ਕੈਮਿਸਟ ਸ਼ਾਪ ਨਹੀਂ ਖੁੱਲੀ ਜਿਹੜੀ ਗਰੀਬਾਂ ਨੂੰ ਹੈਲਪ ਕਰਦੀ ਹੋਵੇ। ਖੁੱਲੀਆਂ ਨੇ ਪਰ ਐਡਵਰਟਾਈਜ਼ ਨਹੀਂ ਹੋਈਆਂ।
ਇਹਨਾਂ ਦੇ ਇਸ ਖੋਲਣ ਦੇ ਨਾਲ, ਇਹਨਾਂ ਦੀ ਸੰਸਥਾ ਦੇ ਖੋਲਣ ਦੇ ਨਾਲ ਬਾਕੀ ਦੀਆਂ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਦੁਕਾਨਾਂ ਸੀਗੀਆਂ ਉਹ ਵੀ ਐਡਵਰਟਾਈਜ਼ ਹੋ ਗਈਆਂ, ਲੋਕੀ ਉੱਥੇ ਵੀ ਜਾਣੇ ਸ਼ੁਰੂ ਹੋ ਗਏ। ਔਰ ਮੈਂ ਖੁਦ ਦੇਖਿਆ ਗਰੀਬ ਤੋਂ ਗਰੀਬ ਬੰਦਾ ਜਿਹੜਾ ਕੱਲ ਦਵਾਈ ਲੈਣ ਦੀ ਸੋਚ ਵੀ ਨਹੀਂ ਸਕਦਾ ਸੀ, ਉਹ ਬੰਦਾ ਵੀ ਉੱਥੋਂ 15 ਦਿਨ ਦੀ 20 ਦਿਨ ਦੀ ਦਵਾਈ ਖਰੀਦਦਾ ਹੈ ਔਰ ਉਹਦਾ ਇਲਾਜ ਹੋ ਰਿਹਾ ਸੀ। ਤੇ ਅੱਜ ਉਹ ਤਾਲਾ ਦੇਖ ਕੇ ਮਾਯੂਸ ਹੋ ਰਿਹਾ ਹੋਣਾ। ਦੇਖੋ ਜੀ, ਬਲਜਿੰਦਰ ਜਿੰਦੂ ਦੀ ਤਾਂ ਉਹ ਦੁਕਾਨ ਨਹੀਂ ਹੈਗੀ, ਉਹ ਤਾਂ ਪੂਰੀ ਸੰਸਥਾ ਦੀ ਹੈ। ਅੱਜ ਉਹਨਾਂ ਨੇ ਖੁਦ ਆਪਣੀ ਬੇਲ ਦੇ ਵਿੱਚ ਆਰਗੂ ਕਰਾਇਆ ਕਿ 140 ਬੰਦੇ 50 ਬੰਦੇ ਨੇ ਉਸ ਸੰਸਥਾ ਦੇ ਵਿੱਚ ਜਿਹੜੇ ਉਹ ਮੋਦੀਖਾਨਾ ਚਲਾ ਰਹੇ ਸੀਗੇ। ਕੀ ਬਲਜਿੰਦਰ ਜਿੰਦੂ ਦੇ ਉੱਤੇ FIR ਉਹਦੀ ਗਲਤੀ ਨਾਲ ਜਿਹੜੀ ਹੋ ਗਈ ਹੈ ਉਹਦੇ ਨਾਲ ਉਹ ਮੋਦੀਖਾਨਾ ਬੰਦ ਕਰਨਾ ਚਾਹੀਦਾ ਹੈ? ਮੇਰੇ ਹਿਸਾਬ ਨਾਲ ਬਿਲਕੁਲ ਗਲਤ ਹੈ ਕਿ ਉਹ ਮੋਦੀਖਾਨਾ, ਬਾਕੀ ਦੇ 140 ਬੰਦੇ ਕਿੱਥੇ ਗਏ ਜੀ? ਸਿਰਫ ਇੱਕ ਜਿੰਦੂ ਨੂੰ ਚਲਾ ਰਿਹਾ ਸੀਗਾ। ਔਰ ਅੱਜ ਮੈਨੂੰ ਸਭ ਤੋਂ ਵੱਡੀ ਗੱਲ ਇਹ ਪਤਾ ਲੱਗੀ ਬੇਲ ਦੇ ਵਿੱਚ, ਚਲੋ ਮੈਂ ਬੇਲ 'ਚ ਸੁਣਿਆ ਜੋ ਤੁਹਾਨੂੰ ਦੱਸ ਰਿਹਾ, ਕਿ ਉਹ ਕਹਿੰਦੇ ਉਹ ਸੰਸਥਾ ਹੀ ਰਜਿਸਟਰਡ ਨਹੀਂ ਹੈਗੀ। ਜਿਹੜੀ ਸੰਸਥਾ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਮੋਦੀਖਾਨਾ ਚਲਾ ਰਹੀ ਹੈ ਉਹ ਸੰਸਥਾ ਰਜਿਸਟਰਡ ਹੀ ਨਹੀਂ ਕਹਿੰਦੇ। ਆਪੇ ਬਲਜਿੰਦਰ ਜਿੰਦੂ ਚ ਘਪਲਾ ਕਰੇਗਾ ਜਦੋਂ ਰਜਿਸਟਰਡ ਸੰਸਥਾ ਹੀ ਰਜਿਸਟਰਡ ਨਹੀਂ ਹੈ। ਹੁਣ ਕੋਈ ਕੁਐਸਚਨ ਨਹੀਂ ਕਰ ਸਕਦਾ, ਉਹਦੇ ਪ੍ਰਾਈਵੇਟ ਅਕਾਊਂਟ ਦੇ ਵਿੱਚ ਪੈਸੇ ਆ ਰਹੇ ਨੇ। ਔਰ ਜਦੋਂ ਉਹ ਬੰਦਾ ਘਪਲਾ ਕਰੇਗਾ ਉਹ ਨੈਚੁਰਲੀ ਉਹ ਬੰਦਾ ਫਿਰ ਸਿਕਿਉਰਿਟੀ ਮੰਗੇਗਾ। ਜਿੰਦੂ ਨੇ ਲਾਈਵ ਹੋ ਕੇ ਕਿਹਾ ਸੀ ਕਿ ਮੈਂ ਪ੍ਰੂਵ ਕਰ ਸਕਦਾ ਕਿ ਮੇਰੇ ਅਕਾਊਂਟ 'ਚ ਕੋਈ ਪੈਸਾ ਨਹੀਂ ਆਇਆ। ਮੈਡਮ, ਉਸੇ ਬਲਜਿੰਦਰ ਜਿੰਦੂ ਨੇ ਕਿਹਾ ਸੀਗਾ ਕਿ ਮੇਰੇ ਅਕਾਊਂਟ 'ਚ ਜਿਹੜੇ ਪੈਸੇ ਆਏ ਨੇ ਉਹ ਮੇਰੇ ਪਰਸਨਲ ਨੇ, ਮੈਂ ਉਹਦਾ ਹਿਸਾਬ ਕਿਉਂ ਦਵਾਂ, ਜੋ ਅਸੀਂ ਸੁਣਿਆ ਵਾ। ਔਰ ਉਹਦੇ ਹੀ ਜਿਹੜੇ ਨਾਲ ਬੈਠ ਕੇ ਪੈਸੇ ਦਾ ਹਿਸਾਬ ਕਰਨ ਵਾਲੇ ਬੰਦੇ ਨੇ, ਉਹਦੀ ਸੰਸਥਾ ਦੇ ਮੈਂਬਰ ਨੇ, ਉਹੀ ਉਹਦੇ ਤੇ ਇਲਜ਼ਾਮ ਲਾ ਰਹੇ ਨੇ। ਉਹ ਬੈਟਰ ਦੱਸ ਸਕਦੇ ਨੇ ਪੈਸਾ ਕਿੱਥੋਂ ਆਇਆ ਔਰ ਕਿੱਥੇ ਗਿਆ, ਕਿੰਨਾ ਖਰਚਿਆ ਗਿਆ, ਕਿੰਨਾ ਬਚਿਆ। ਔਰ ਉਹਨਾਂ ਨੇ ਦੱਸਿਆ ਸੀ ਕਿ ਉਹ ਪੈਸਾ ਸਾਰਾ 5% ਤੇ ਜਿੰਦੂ ਚੜਾ ਰਿਹਾ। ਉਹ ਬੈਟਰ ਦੱਸ ਸਕਦੇ ਨੇ ਉਹ ਚੀਜ਼। ਠੀਕ ਹੈ, ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਫੈਸਲਾ ਆਏਗਾ ਤਾਂ ਪਤਾ ਲੱਗੇਗਾ ਕਿ ਬਲਜਿੰਦਰ ਜਿੰਦੂ ਦੀ ਜ਼ਮਾਨਤ ਰੱਦ ਹੁੰਦੀ ਹੈ ਜਾਂ ਜਿੰਦੂ ਨੂੰ ਜ਼ਮਾਨਤ ਮਿਲਦੀ ਹੈ। ਤਾਂ 4 ਵਜੇ ਦੇ ਅਪਡੇਟ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਸੁਮਨ ਜੇਟਲੀ। ਬਲਜਿੰਦਰ ਜਿੰਦੂ